ਸੋ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਤੁਸੀਂ ਕੀ ਡਿਸਾਈਡ ਕੀਤਾ ਐਂਡ ਕੀ ਤੁਹਾਡੇ ਅੱਗੇ ਜਿਹੜੇ ਹੈ ਡਿਸੀਜਨਸ ਹੈ, ਕੀ ਪਲਾਨਸ ਹੈ? ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਸਾਰੇ ਭਰਾ, ਸਾਡੀ ਪੰਜਾਬੀ ਸਮੁੱਚੀ ਇੰਡਸਟਰੀ ਇੱਥੇ ਪਹੁੰਚੀ ਹੈ। ਮਨਕਿਰਤ, ਸਿੱਪੀ ਬਾਈ, ਗਾਲਬ ਬਾਈ, ਕੋਰ ਵਾਲਾ ਮਾਨ, ਦਿਲਪ੍ਰੀਤ, ਹਰਫ, ਸਾਰਥੀ, ਸਾਰੇ ਮੇਰੇ ਭਰਾ ਜਿੰਨੇ ਵੀ, ਚੇਤਨ ਬਾਈ, ਜਿੰਨੇ ਆਰਟਿਸਟ ਨੇ, ਜਿੰਨੇ ਗੀਤਕਾਰ ਨੇ, ਸਾਰੇ ਨੇ, ਤੇ ਬਾਕੀ ਵੀ ਆਨ ਦਾ ਵੇ ਨੇ। ਬਟ ਅਸੀਂ ਸਾਨੂੰ ਐਂ ਸੀ ਵੀ ਜਲਦੀ ਤੋਂ ਜਲਦੀ ਤੁਹਾਨੂੰ ਦੱਸ ਦਈਏ। ਸੋ ਸਾਡੀ ਪਰਸੋਂ ਕਿਸਾਨ ਭਵਨ 'ਚ ਪੰਜਾਬ ਦੀਆਂ 31 ਜਥੇਬੰਦੀਆਂ, ਕਿਸਾਨ ਯੂਨੀਅਨ ਨੇ ਜਿਹੜੀਆਂ, ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀਗੀ ਜੀ। ਉਹ ਸਾਰੀਆਂ ਅਲੱਗ-ਅਲੱਗ ਆਪਦੇ ਮੁੱਦਿਆਂ ਤੇ ਲੜਦੀਆਂ ਸੀ, ਬਟ ਇਸ ਮੁੱਦੇ ਤੇ ਆਰਡੀਨੈਂਸ ਦੇ ਖਿਲਾਫ ਉਹ ਇੱਕ ਹੋ ਗਈਆਂ 31। ਸੋ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਸਾਡੇ ਇੰਡਸਟਰੀ ਦੇ ਸਾਰੇ ਭਰਾ ਇਹਨਾਂ ਬਿੱਲਾਂ ਦੇ ਖਿਲਾਫ ਆਪਦੇ ਪੱਧਰ ਤੇ ਲੜਾਈ ਲੜ ਰਹੇ ਨੇ ਬਹੁਤ ਚਿਰ ਦੇ। ਮਨਕਿਰਤ ਬਾਈ ਉਹਨੀ ਸੋਸ਼ਲ ਮੀਡੀਆ ਦੇ ਥਰੂ, ਸਿੱਪੀ ਬਾਈ ਉਹਨੀ ਧਰਨਿਆਂ ਦੇ ਥਰੂ, ਅਸੀਂ ਵੀ, ਸਾਡੇ ਭਰਾ ਵੀ ਸਾਡੇ ਨਾਲ ਧਰਨੇ ਤੇ ਜਾਣ ਨੂੰ ਤਿਆਰ ਨੇ। ਬਟ ਇੱਥੇ ਪ੍ਰੋਬਲਮ ਇੱਕ ਆਉਂਦੀ ਸੀ ਕਿ ਹਰ ਇੱਕ ਬੰਦੇ ਦਾ ਰਾਹ ਆਪਦਾ ਅਲੱਗ-ਅਲੱਗ ਸੀਗਾ। ਕੋਈ ਕਿਤੇ ਧਰਨਾ ਲਾਉਂਦਾ ਸੀ, ਕੋਈ ਕਿਤੇ ਧਰਨਾ ਲਾਉਂਦਾ ਸੀ। ਸੋ ਸਾਡੀ ਉਹ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਰਾਹ ਦਿਖਾਓ ਜੀ, ਕਿਉਂਕਿ ਤੁਹਾਡੀ ਇਹ ਜਿਹੜਾ ਤੁਹਾਡਾ ਸੰਘਰਸ਼ ਆ ਬਹੁਤ ਲੰਬਾ ਹੈ, ਤੁਸੀਂ ਬਹੁਤ ਚਿਰ ਤੋਂ ਖੇਤੀ ਦੀ ਲੜਾਈ ਲੜਦੇ ਆ ਰਹੇ ਹੋ। ਹੁਣ ਜਿਹੜੇ ਇਹ ਆਰਡੀਨੈਂਸ ਬਿੱਲ ਨੇ, ਇਹ ਮੈਨੂੰ ਲੱਗਦਾ ਪੰਜਾਬ ਲਈ ਟੋਟਲ ਹੀ ਮਾਰੂ ਨੇ। ਇਹਨਾਂ ਦਾ ਵਿਰੋਧ ਕਰਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਹੱਲ ਹੈ ਨਹੀਂ। ਸੋ ਅਸੀਂ ਜਥੇਬੰਦੀਆਂ ਨੂੰ ਇਹ ਗੱਲ ਕਹੀ ਆ ਕਿ ਸਾਡੀ ਇੰਡਸਟਰੀ ਦਾ, ਸਾਡੀ ਪੰਜਾਬੀ ਸਾਰੀ ਸਮੂਹ ਇੰਡਸਟਰੀ ਦਾ ਤੁਹਾਨੂੰ ਟੋਟਲ ਤੌਰ ਤੇ ਸਮਰਥਨ ਹੈ। ਫਿਰ ਉਸ ਤੋਂ ਬਾਅਦ 'ਚ ਉਹਨਾਂ ਨੇ ਕਿਹਾ ਕਿ 14 ਮੈਂਬਰੀ ਇੱਕ ਕਮੇਟੀ ਬਣਾਉਣੇ ਆ, ਜਿਹਦੇ 'ਚੋਂ 7 ਜਥੇਬੰਦੀਆਂ ਦੇ ਮੈਂਬਰ ਹੋਣਗੇ, 7 ਆਰਟਿਸਟ ਹੋਣਗੇ। ਅਸੀਂ ਉਹਨਾਂ ਨੂੰ ਇਹ ਕਿਹਾ ਵੀ 7 ਸਾਡੇ ਮੈਂਬਰ ਤੁਸੀਂ ਨਾ ਰੱਖੋ, ਤੁਸੀਂ ਸਾਡੇ ਮੈਂਬਰ 5 ਹੀ ਰੱਖ ਲਓ। ਸੋ ਸਾਡੇ ਸਾਰੇ ਭਰਾਵਾਂ ਵੱਲੋਂ ਇਹ ਮਤਾ ਪਾਸ ਕੀਤਾ ਸੀ ਕਿ ਜਿਹੜੇ ਵੀ ਇੱਥੇ ਆਰਟਿਸਟ 5 ਜਾਂ 6, 7 ਅਵੇਲੇਬਲ ਹੋਣਗੇ, ਸਾਡੇ ਕੋਈ ਪੱਕੇ ਮੈਂਬਰ ਨਹੀਂ ਹੋਣਗੇ ਕਿ ਮਨਕਿਰਤ ਮੈਂਬਰ ਆ, ਸਿੱਪੀ ਬਾਈ ਮੈਂਬਰ ਆ, ਮੈਂ ਮੈਂਬਰ ਆ, ਉਹਨਾਂ ਦੇ ਪੱਕੇ ਹੋਣਗੇ। ਸਾਡੇ ਜਿਹੜੇ ਵੀ ਆਰਟਿਸਟ ਇੱਥੇ ਅਵੇਲੇਬਲ ਹੋਣਗੇ, ਜਦੋਂ ਵੀ ਉਹ ਉੱਥੇ ਮੀਟਿੰਗ ਬੁਲਾਉਣਗੇ ਕਿਸਾਨ ਜਥੇਬੰਦੀਆਂ ਵਾਲੇ, ਸਾਡੇ ਵੱਲੋਂ ਕੋਈ ਵੀ 5 ਆਰਟਿਸਟ ਉਹਨਾਂ ਦੇ ਵਿੱਚ ਬਹਿਣਗੇ। ਜੋ ਉਹਨਾਂ ਦਾ ਹੁਕਮ ਹੋਊਗਾ ਅਸੀਂ ਉਹਨਾਂ ਦੇ ਫੁੱਲ ਚੜਾਵਾਂਗੇ। ਜਿੱਥੇ ਉਹਨਾਂ ਨੇ ਕਿਹਾ ਧਰਨਾ ਲਾਉਣਾ ਹੈ, ਅਸੀਂ ਉੱਥੇ ਧਰਨਾ ਲਾਵਾਂਗੇ। ਅੱਜ ਤੋਂ ਬਾਅਦ ਕੋਈ ਵੀ ਆਰਟਿਸਟ ਆਪਣੇ ਤੌਰ ਤੇ ਪੰਜਾਬੀ ਇੰਡਸਟਰੀ ਦਾ ਜਿਹੜਾ ਸਾਡੇ ਨਾਲ ਸੰਬੰਧਿਤ ਹੈ, ਆਪਣੇ ਤੌਰ ਤੇ ਕੋਈ ਵੀ ਧਰਨਾ ਨਹੀਂ ਲਾਊਗਾ। ਜਿੱਥੇ ਜਥੇਬੰਦੀਆਂ ਕਹਿਣਗੇ ਧਰਨਾ ਅਸੀਂ ਉੱਥੇ ਲਾਵਾਂਗੇ, ਉਹਨਾਂ ਦੇ ਅਨੁਸਾਰ ਪ੍ਰੋਗਰਾਮ ਅਸੀਂ ਕਰਾਂਗੇ। ਇੱਕ ਤੁਹਾਨੂੰ ਅਸੀਂ ਇੱਕ ਹੰਬਲ ਰਿਕੁਐਸਟ ਸਾਰੇ ਮੀਡੀਆ ਨੂੰ ਅਸੀਂ ਕਰਨਾ ਚਾਹੁੰਦੇ ਹਾਂ, ਕਿਉਂਕਿ ਜਿੰਨਾ ਵੀ ਤੁਸੀਂ ਦੇਖੋ ਨੈਸ਼ਨਲ ਮੀਡੀਆ ਤਾਂ ਲੁਕਿਆ ਹੋਇਆ, ਰਾਈਟ, ਉਹ ਤਾਂ ਧਿਆਨ ਨਹੀਂ ਰਿਹਾ ਤੇ ਸਭ ਤੋਂ ਮਾੜੀ ਗੱਲ ਆ, ਪਰ ਤੁਸੀਂ ਸਾਥ ਦੇ ਰਹੇ ਹੋ। ਰਿਸਪੈਕਟਫੁਲੀ ਤੁਹਾਡਾ ਥੈਂਕ ਯੂ ਆ। ਬੇਨਤੀ ਤੁਹਾਨੂੰ ਇਹ ਕਰਨੀ ਹੈ ਵੀ ਜਦੋਂ ਵੀ ਅਸੀਂ ਕਿਸੇ ਦੇਖੋ ਆਰਟਿਸਟ ਜਿਹੜੇ ਸਾਰੇ ਨੇ ਉਹ ਕਿਸਾਨ ਭਰਾਵਾਂ ਦੇ ਨਾਲ, ਮਜ਼ਦੂਰ ਭਰਾਵਾਂ ਨਾਲ ਖੜੇ ਨੇ। ਬੇਨਤੀ ਇਹ ਹੈ ਵੀ ਜਦੋਂ ਵੀ ਤੁਸੀਂ ਆਉਂਦੇ ਹੋ ਬਿਨਾਂ ਕਿਸਾਨ, ਬਿਨਾਂ ਮਜ਼ਦੂਰ, ਇਸ ਮੁੱਦੇ ਤੋਂ ਬਿਨਾਂ ਹੋਰ ਪਲੀਜ਼ ਕੋਈ ਕੁਐਸਚਨ ਨਾ ਕਰਿਓ, ਕਿਉਂਕਿ ਕੁਝ ਇੱਦਾਂ ਦੇ ਸਿਸਟਮ ਹੋ ਰਹੇ ਨੇ ਵੀ ਕੁਝ ਬੰਦੇ ਜਿਹੜੇ ਪਲਾਂਟਡ ਨੇ ਉਹ ਵਿੱਚ ਆ ਕੇ ਤੁਸੀਂ ਸਮਝ ਗਏ ਹੋਵੋਗੇ ਵੀ ਕੋਈ ਕਿਹੜੇ ਮੁੱਦੇ ਤੇ ਕੁਐਸਚਨ ਕਰ ਰਿਹਾ, ਕਿਹੜੇ ਤੇ ਕਰ ਰਿਹਾ, ਜਿਹਦੇ ਨਾਲ ਕੋਈ ਬੰਦਾ ਇੱਧਰੋਂ ਆਨਸਰ ਕਰਦਾ, ਇਹ ਲਹਿਰ ਨੂੰ ਹੋਰ ਪਾਸੇ ਲਿਜਾਣ ਦੀ ਟਰਾਈ ਆ। ਤੇ ਇਸ ਤੋਂ ਬਿਨਾਂ ਸਾਡੇ ਵਿੱਚੋਂ, ਜਿਵੇਂ ਹੁਣ ਸਾਨੂੰ ਬਾਹਰਲੀਆਂ ਕੰਟਰੀਆਂ ਤੋਂ ਫੋਨ ਆ ਰਹੇ ਨੇ ਕਿ ਫੰਡ ਦੱਸੋ ਕੀ ਚਾਹੀਦਾ, ਪੈਸਾ ਦੱਸੋ ਕਿੰਨੇ ਚਾਹੀਦੇ ਨੇ, ਹਨਾ। ਹੱਥ ਬੰਨ੍ਹ ਕੇ ਬੇਨਤੀ ਆ ਜੀ, ਤੁਸੀਂ ਸਾਡਾ ਸਾਥ ਦਿਓ। ਸਾਨੂੰ ਪੈਸੇ ਦੀ ਲੋੜ ਨਹੀਂ ਤੇ ਨਾ ਸਾਨੂੰ ਕਿਸੇ NGO ਦੀ ਲੋੜ ਆ। ਅਸੀਂ ਕੋਈ NGO ਨਹੀਂ ਬਣਾਵਾਂਗੇ। ਜੇ ਕੋਈ ਬੰਦਾ NGO ਬਣਾਉਂਦਾ ਤਾਂ ਉਹ ਆਪਦਾ ਜ਼ਿੰਮੇਵਾਰ ਆਪ ਹੋਊਗਾ, ਅਸੀਂ ਨਹੀਂ ਹੋਵਾਂਗੇ। ਇਹ ਸਾਡੇ ਵੱਲੋਂ ਕਲੀਅਰ ਹੈ, NGO ਨਹੀਂ ਹੋਊਗੀ। ਕਿਉਂਕਿ ਇਹ ਸੌਰੀ। ਤੇ ਦੂਜੀ ਗੱਲ ਇਹ ਹੈ ਜੀ, ਜਿਵੇਂ ਸਿੱਪੀ ਬਾਈ ਨੇ ਕਿਹਾ ਵੀ ਆਰਟਿਸਟ ਸਾਡੀ ਇੰਡਸਟਰੀ 'ਚ, ਚਲੋ ਠੀਕ ਆ, ਸਾਡੇ ਬੜੇ ਵਿਚਾਰਕ ਮਤਭੇਦ ਹੋ ਸਕਦੇ ਆ, ਉਹ ਕੋਈ ਵੱਡੀ ਗੱਲ ਨਹੀਂ, ਪਰ ਅੱਜ ਸਾਡੀ ਇੰਡਸਟਰੀ ਨੇ ਏਕੇ ਦਾ ਸਬੂਤ ਦਿੱਤਾ ਕਿ ਇੰਨਾ ਏਕਾ ਸਾਡੇ 'ਚ ਹੈਗਾ। ਅਸੀਂ ਇੱਕ ਹੋ ਕੇ ਚੱਲਾਂਗੇ ਕਿਸਾਨ ਜਥੇਬੰਦੀਆਂ ਨਾਲ, ਕਿਉਂਕਿ ਉਹਨਾਂ ਨੂੰ ਤਜਰਬਾ ਵੀ ਜ਼ਿਆਦਾ ਹੈ, ਉਹਨਾਂ ਦਾ ਸੰਘਰਸ਼ ਵੀ ਵੱਡਾ ਹੈ। ਜਿੱਥੇ ਵੀ ਉਹ ਕਹਿਣਗੇ ਅਸੀਂ ਬਿਨਾਂ ਸ਼ੱਕ ਉੱਥੇ ਆਵਾਂਗੇ, ਵਾਰੀਆਂ ਵੱਟ ਲਾਂਗੇ। ਅੱਜ 2 ਆਰਟਿਸਟ ਉੱਥੇ, 2 ਆਰਟਿਸਟ ਉੱਥੇ, ਜਿੰਨੇ ਉਹਨਾਂ ਦੇ ਪ੍ਰੋਗਰਾਮ ਹੋਣਗੇ ਕਿਸਾਨ ਜਥੇਬੰਦੀਆਂ ਦੇ, ਉਦੋਂ ਬਿਨਾਂ ਹੋਰ ਅਸੀਂ ਕਿਤੇ ਵੀ ਕੋਈ ਧਰਨਾ ਨਹੀਂ ਲਾਵਾਂਗੇ। ਜਿਹੜਾ ਬੰਦਾ ਤੁਹਾਨੂੰ ਹੋਰ ਕਿਤੇ ਬੁਲਾ ਰਿਹਾ ਵੀ ਉੱਥੇ ਮੇਰੇ ਨਾਲ ਚੱਲੋ ਇੰਡਸਟਰੀ ਦਾ, ਅਸੀਂ ਉਹਦਾ ਪ੍ਰੋਪਰ ਬਾਈਕਾਟ ਕਰਾਂਗੇ ਜੀ, ਅਸੀਂ ਉਹਦੇ ਨਾਲ ਨਹੀਂ ਜਾਵਾਂਗੇ। ਸੋ ਸਾਡੀ ਇੰਡਸਟਰੀ ਪ੍ਰੋਪਰ ਤੌਰ ਤੇ ਕਿਸਾਨ ਯੂਨੀਅਨ ਦਾ ਸਾਥ ਦਿਓ। ਇੱਕ ਸਵਾਲ ਹੈ, ਕਦੋਂ ਤੱਕ ਤੁਸੀਂ ਇਸ ਸੰਘਰਸ਼ ਵਿੱਚ ਡਟੇ ਰਹੋਗੇ? ਕਿਉਂਕਿ ਹੁਣ ਅਨਲੌਕ 5 ਹੋਣ ਵਾਲਾ ਹੈ, 15 ਅਕਤੂਬਰ ਨੂੰ ਜਿਹੜਾ ਹੈ ਖੁੱਲ੍ਹਣੇ ਹੈ, ਸਿਨੇਮਾ ਘਰ ਖੁੱਲ੍ਹਣੇ, ਹਰ ਚੀਜ਼ ਖੁੱਲ੍ਹਣ ਵਾਲੀ ਹੈ। ਕੀ ਇਦਾਂ ਹੋਏਗਾ? ਬਿਕਾਜ਼ ਤੁਸੀਂ ਸਾਰੇ ਆਰਟਿਸਟ ਹੋ, ਤੁਸੀਂ ਆਪਣਾ ਕੰਮ ਵੀ ਮੈਡਮ ਜੀ, ਕਰੋਨਾ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਜੇ ਕਰੋਨਾ ਦੀ ਪਰਵਾਹ ਹੁੰਦੀ, ਸੈਂਟਰ ਨੇ ਹਮੇਸ਼ਾ ਆਪਣੇ ਪੰਜਾਬ ਨੂੰ ਮਤਰਿਆਂ ਵਾਂਗੂ ਲਿਆ, ਰਾਈਟ। ਭਾਵੇਂ 84 ਲਾ ਲਓ, ਭਾਵੇਂ ਤੁਸੀਂ 84 ਲਾ ਲਓ, ਜਦੋਂ ਵੀ ਲਾ ਲਓ, ਇਹ ਵੀ ਉਹੀ ਕੰਮ ਆ ਵੀ ਪੰਜਾਬ ਹਰਿਆਣੇ ਨੂੰ, ਇਹ ਆਪਾਂ ਸਾਰੇ ਸਿੰਗਰ ਆਰਟਿਸਟ, ਮੈਂ ਕੱਲ੍ਹ ਵੀ ਇੱਕ ਲਾਈਵ ਹੋ ਕੇ ਕਿਹਾ ਸੀ ਵੀ ਹਰ ਬੰਦੇ ਨੂੰ, ਕੋਈ ਕਿਸੇ ਨੂੰ 2 ਮਿਲੀਅਨ, ਕਿਸੇ ਨੂੰ 4 ਮਿਲੀਅਨ, ਕਿਸੇ ਨੂੰ 10 ਮਿਲੀਅਨ, ਸਾਰਿਆਂ ਨੂੰ ਆਪਾਂ ਨੂੰ ਫੋਲੋ ਕਰਦੇ ਆ ਪੈਨ ਇੰਡੀਆ। ਸੋ ਆਪਾਂ ਟਰਾਈ ਕਰੀਏ
ਵੀ ਇਹ ਨੈਸ਼ਨਲ ਆਪਣਾ ਜਿਹੜਾ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਤੱਕ ਆਪਣੀਆਂ ਗੱਲਾਂ ਪਹੁੰਚ ਗਈਆਂ, ਕੈਨੇਡਾ ਅਮਰੀਕਾ ਤੋਂ ਸਾਰੇ ਆਪਾਂ ਨੂੰ ਸਪੋਰਟ ਕਰ ਰਹੇ ਆ, ਆਪਣਾ ਨੈਸ਼ਨਲ ਮੀਡੀਆ ਕਿਉਂ ਨਹੀਂ ਸਪੋਰਟ ਕਰ ਰਿਹਾ? ਸੋ ਆਪਾਂ ਹਰ ਬੰਦਾ, ਮੈਂ ਵੀ ਕਹਿੰਦਾ ਮੇਰੇ ਵੀ ਕੋਈ ਕੰਮ ਆ, ਮੇਰੇ ਵੀ ਸ਼ੂਟ ਚੱਲਦੇ ਆ, ਮੈਂ ਹਰ ਕਲਾਕਾਰ ਭਰਾ ਨੂੰ ਕਹਿੰਦਾ ਆਪਦੇ ਕੰਮ 'ਚੋਂ ਵੀ ਸਮਾਂ ਕੱਢ ਕੇ, ਇੱਕ ਤਾਂ ਆਪਾਂ ਰੋਜ਼ ਸਾਰੇ ਜਦੋਂ ਤੱਕ ਇਹ ਬਿੱਲ ਆਪਾਂ ਪਾਸ ਆਪਦੇ ਹੱਕ 'ਚ ਨਹੀਂ ਕਰਾ ਲੈਂਦੇ, ਸਾਰੇ ਇੱਕ ਪੋਸਟ ਪਾਇਆ ਕਰੀਏ। ਤੇ ਜਿਹੜਾ ਧਰਨਾ ਸ਼ੰਭੂ ਬਾਰਡਰ ਤੇ ਲੱਗਣਾ ਹੈ, ਮੈਂ ਨਹੀਂ ਕਹਿੰਦਾ ਕਲਾਕਾਰ ਉੱਥੇ ਜਾ ਕੇ ਬਹਿ ਹੀ ਜਾਣ, ਸ਼ੰਭੂ ਬਾਰਡਰ ਤੇ ਜਿੱਥੇ ਵੀ ਆਪਾਂ ਸਾਰਿਆਂ ਨੇ ਏਕਾ ਕਰਕੇ, ਇੱਥੇ ਜਥੇਬੰਦੀਆਂ ਕਹਿਣਗੀਆਂ ਕਦੇ ਹਰ ਕਲਾਕਾਰ ਇੱਕ ਨਹੀਂ ਤਾਂ ਦੂਜੇ ਦਿਨ ਉੱਥੇ ਆਪਦੇ 4 ਘੰਟੇ, ਜਿਵੇਂ ਕਿ ਆਪਾਂ ਸ਼ੋਆਂ ਤੇ ਜਾਂਦੇ ਆ, ਜਿਵੇਂ ਕਿ ਆਪਾਂ ਫਿਲਮਾਂ ਨੂੰ ਵੀਡੀਓਜ਼ ਨੂੰ ਟਾਈਮ ਦਿੰਦੇ ਆ, ਉਵੇਂ ਹਰ ਕਲਾਕਾਰ ਉੱਥੇ 2-3 ਘੰਟੇ ਲਾ ਕੇ ਆਵੇ। ਜੇ ਕਲਾਕਾਰ ਹੀ ਆ ਚੀਜ਼ ਤੇ ਬਹਿ ਗਏ ਤੇ ਆਪਾਂ ਇਹ ਬਿੱਲ ਆਪਦੇ ਹੱਕਾਂ 'ਚ ਇਹਨਾਂ ਨੂੰ ਮਜਬੂਰੀ ਬਣ ਜਾਣੀ ਆ ਇਹ ਪਾਸ ਕਰਨੇ। ਤੇ ਜੇ ਅਸੀਂ ਕੀ ਸਾਰੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਇੱਕੋ ਗੱਲ ਕਹਿੰਦੇ ਆ, ਅਸੀਂ ਤੁਹਾਡੇ ਨਾਲ ਆ, ਸੋ ਆਪਣਾ ਮੁੱਲ ਪਊਗਾ, ਬਸ ਆਪਾਂ ਆਪਣੀ ਹਿੰਮਤ ਨਾ ਹਾਰ ਗਏ। ਸੋ ਸਾਰੇ ਏਕਾ ਕਰਕੇ ਤੇ ਸਾਰੇ ਕਲਾਕਾਰ ਭਰਾ, ਜੇ ਕਿਸੇ ਦੀ ਕਿਸੇ ਨਾਲ ਨਹੀਂ ਵੀ ਬਣਦੀ, ਇਹ ਮੁੱਦੇ ਤੇ ਆਪਾਂ ਨੂੰ ਇਕੱਠੇ ਹੋਣਾ ਪੈਣਾ ਹੈ। ਬਾਈ ਗੱਲ ਵਾਲੇ ਦੇ ਵਿੱਚ ਇਹਦੇ ਇਹ ਵੀ ਹੈ ਕਿ ਸਿਆਸੀ ਪਾਰਟੀਆਂ, ਜਿਵੇਂ ਕਿ ਤੁਹਾਨੂੰ ਪਤਾ ਲੱਗਾ ਅੱਜ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਇੱਥੇ ਧਰਨਾ ਲੈ ਕੇ ਆ ਰਹੀ ਹੈ, ਆਪਣਾ ਜਿਹੜੀ ਰੈਲੀ ਪਹੁੰਚ ਚੁੱਕੇ ਨੇ ਚੰਡੀਗੜ੍ਹ, ਕਈ ਲੀਡਰ ਜਿਹੜੇ ਨੇ ਉਹ ਚੰਗੇ ਵੀ ਨੇ, ਆਪਾਂ ਹਰੇਕ ਨੂੰ ਭਾਜੀ ਇੱਥੇ ਭੁੱਲ ਜੀਏ, ਇੱਥੇ ਸਾਰੇ ਆਪਣੇ ਆ, ਇੱਥੇ ਸਾਰੇ ਆਪਾਂ ਕਿਸਾਨਾਂ ਦੇ ਪੁੱਤ ਆ, ਇੱਥੇ ਸਾਰੇ ਆਪਣੇ ਆ, ਇੱਥੇ ਭੁੱਲ ਜੀਏ ਜੇ ਕੋਈ ਅਕਾਲੀ ਦਲ ਕਾਂਗਰਸ ਸਾਰਾ ਕੁਝ ਭੁੱਲ ਜੀਏ, ਕਿਤੇ ਆਪਾਂ ਇਹ ਚੀਜ਼ਾਂ ਕਰਦੇ ਨਾ ਰਹਿ ਜੀਏ ਵੀ ਬਾਜੀ ਕੋਈ ਹੋਰ ਮਾਰ ਜੇ। ਜੇ ਕੋਈ ਬੰਦਾ ਆਪਣੇ ਤੌਰ ਤੇ ਐਫਰਟ ਮਾਰਦਾ ਗੋਡਾ ਲੜ ਤੇ ਮਟੂ ਬਣਾ, ਜੇ ਕੋਈ ਬੰਦਾ ਐਫਰਟ ਮੁੱਦਾ ਤਾਂ ਇਹ ਕਹਿੰਦਾ ਏਕੇ ਦੀ ਲੋੜ ਆ ਇਸ ਟਾਈਮ। ਆਪਾਂ ਕੁਝ ਮੀਡੀਆ ਵੀ ਸਾਥ ਦੇਵੇ, ਮੀਡੀਆ ਵੀ ਆ ਗੱਲ ਨਾ ਕਵੇ ਵੀ ਅਕਾਲੀ ਦਲ ਆ ਗਏ, ਕਾਂਗਰਸ ਆ ਗਏ, ਬੀਜੇਪੀ ਆ ਗਈ, ਇਹ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ, ਕਿਉਂਕਿ ਸਾਡਾ, ਮੈਂ ਸਿੱਧੀ ਗੱਲ ਦੱਸਾਂ, ਮੈਂ ਵੀ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਚੋਂ ਆ। ਕਲਾਕਾਰਾਂ ਦੇ ਵੀ ਤਾਂ ਸ਼ੋਅ ਉਦੋਂ ਲੱਗਣੇ ਆ ਜਦੋਂ ਕਿਸੇ ਜਦੋਂ ਕਿਤੇ ਕਹਿੰਦੇ ਨਾ ਚਾਰ ਦਾਣੇ ਹੋਣਗੇ, ਹਾਂ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਤੁਸੀਂ ਉਹਨੇ 84 ਦਾ ਜ਼ਿਕਰ ਕੀਤਾ, ਤੁਸੀਂ 84 ਦਾ ਜ਼ਿਕਰ ਕੀਤਾ, ਫਿਰ ਤੁਹਾਨੂੰ ਲੱਗਦਾ ਜਦੋਂ ਵੀ ਹੱਕ ਲੈਣ ਦੀ ਵਾਰੀ ਆਉਂਦੀ ਹੈ ਪੰਜਾਬ ਅੱਗੇ ਹੁੰਦਾ, ਸਾਨੂੰ ਬਾਗੀ ਕਿਹਾ ਜਾਂਦਾ, ਫਿਰ ਬਾਗੀ ਕਿਉਂ ਕਹਿੰਦੇ ਨੇ? ਭਾਜੀ ਮੈਂ ਪਹਿਲੇ ਤੁਹਾਨੂੰ ਗੱਲ ਕਹੀ ਸੀ ਵੀ ਜਿਹੜਾ ਮੈਂ 84 ਦੀ ਗੱਲ ਕਹੀ ਆ, ਮੈਂ 84 ਦੀ ਗੱਲ ਕਹੀ ਆ ਵੀ ਪੰਜਾਬ ਨੂੰ ਮਤਰਿਆਂ ਵਰਗੂ ਲਿਆ ਜਾਂਦਾ, ਭਾਵੇਂ ਉਹ 84 ਦੇ ਟਾਈਮ 'ਚ ਵੀ ਅੱਜ ਦੇ ਟਾਈਮ 'ਚ ਵੀ, ਪਰ ਇੱਕ ਵਾਰੀ ਆਪਾਂ ਸਾਰਾ ਕੁਝ ਭੁੱਲ ਜਾਈਏ, ਆਪਾਂ ਇੱਕੋ ਹੀ ਮੁੱਦੇ ਤੇ ਆਈਏ ਵੀ ਆਪਾਂ ਏਕਤਾ ਕਰੀਏ, ਆਪਦੀ ਖੇਤੀ ਬਚਾਉਣੀ ਆ। ਜੇ ਕਿਤੇ ਆਪਣੀ ਖੇਤੀ ਵੀ ਆਪਣੇ ਤੋਂ ਖੋਲੀ ਨਾ, ਹੁਣ ਤਾਂ ਆਪਾਂ ਮਾੜਾ ਮੋਟਾ ਕਰਕੇ ਲੋਨ ਨੂੰ ਲੈ ਕੇ 15-20 ਲੱਖ ਲੱਗਦਾ ਕਿ ਜਵਾਕ ਬਾਹਰ ਭੇਜ ਦਿੰਨੇ ਆ। ਜੱਟ ਤਾਂ ਸੁਹਾਗੇ ਤੇ ਚੜਾ ਬਣਾਉਣ ਦੀ, ਤੇ ਜੱਟ ਆਪਦਾ ਵੀ ਆਪਾਂ ਆਪਦੀ ਜਿਹੜੀ ਗਿੱਟ ਨਹੀਂ ਛੱਡਦਾ, ਹਾਂ ਗਿੱਟ ਨਹੀਂ ਛੱਡਦੇ ਆਪਾਂ, ਤੇ ਅੱਜ ਆਪਾਂ ਨੂੰ ਖਤਮ ਕਰਨ ਦੀਆਂ ਸਕੀਮਾਂ ਬਣ ਰਹੀਆਂ। ਸੋ ਆਪਾਂ ਸਾਰੇ ਅਲਰਟ ਹੋਈਏ ਤੇ ਆਪਦੇ ਖੇਤਾਂ। ਅੱਛਾ, ਦੂਜੀ ਇੱਕ ਛੋਟੀ ਜੀ ਗੱਲ ਮੈਂ ਇਹ ਵੀ ਐਡ ਕਰਨੀ ਚਾਹੁੰਦਾ ਕਿ ਇਕੱਲਾ ਜ਼ਿਮੀਂਦਾਰਾਂ ਦਾ ਮੁੱਦਾ ਨਹੀਂ, ਮਜ਼ਦੂਰ ਭਰਾ, ਕਿਸਾਨ ਭਰਾ, ਛੋਟੇ ਜਿੰਨੇ ਵਪਾਰੀ ਨੇ, ਉਹ ਸਾਰੇ ਸਾਡੇ ਨਾਲ ਰਲ ਕੇ ਚੱਲਣ। ਜੌਨ ਡੀਅਰ, ਮੈਂ ਕਹਿੰਦਾ ਜੌਨ ਡੀਅਰ ਵਰਗੀ ਕੰਪਨੀਆਂ ਨੇ ਇਹਨਾਂ ਨੇ ਠੇਕਾ ਦੇ ਦੇਣਾ 1000 ਏਕੜ, ਉਹਦੇ ਵਿੱਚ ਜੌਨ ਡੀਅਰ ਵਰਗੀਆਂ ਦੇ ਵੱਡੀ ਕੰਪਨੀਆਂ ਦੇ ਪ੍ਰੋਜੈਕਟ ਲੱਗ ਜਾਣੇ ਆ, ਨਾ ਕੋਈ ਦਿਹਾੜੀਦਾਰ ਰਹਿਣਾ, ਨਾ ਕੋਈ ਸੀਰੀ, ਮਸ਼ੀਨੀਕਰਨ ਹੋ ਜਾਣਾ ਸਾਰਾ ਸਭ ਕੁਝ ਮਸ਼ੀਨੀ ਰਹਿ ਜਾਣਾ। ਕਿਉਂਕਿ ਨਾ 2006 ਦੇ ਵਿੱਚ ਬਿਹਾਰ ਦੇ ਵਿੱਚ ਕਾਨੂੰਨ ਲਾਗੂ ਹੋਇਆ ਸੀ 2006 ਚ, ਉੱਥੇ ਜਿਹੜਾ 7 ਤੋਂ ਜਾਂ 10 ਕਿੱਲੇ ਵਾਲਾ ਜ਼ਿਮੀਂਦਾਰ ਆ ਨਾ, ਉਹ ਅੱਜ ਵੀ ਝੋਨਾ ਲਾਉਣ ਸਾਡੇ ਪੰਜਾਬ ਆਉਂਦੇ ਆ। 10-10 ਕਿੱਲੇ ਹੁੰਦੇ ਆ 10-10 ਕਿੱਲੇ ਦਾ ਉਹ ਮਾਲਕ ਨੇ ਉਹ। ਤੇ ਜੇ ਸਾਡੇ ਇਹ ਲਾਗੂ ਹੋ ਗਿਆ, ਅਸੀਂ ਝੋਨਾ ਲਾਉਣ ਕਿੱਥੇ ਜਾਵਾਂਗੇ? ਜਦੋਂ ਕਰੋਨਾ ਆਇਆ ਸੀ, ਜਿਹੜੇ ਮਜ਼ਦੂਰ ਇੱਥੇ ਕੰਮ ਕਰਨ ਵਾਸਤੇ ਆਏ ਸੀ, ਜਦੋਂ ਫਿਰ ਮਹਾਮਾਰੀ ਇਹ ਫੈਲੀ ਆ, ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਬੀਬੀਆਂ ਸੀ, ਘਰ ਵਾਲੀਆਂ ਸੀ, ਉਹਨਾਂ ਨੂੰ ਬੱਚੇ ਹੋਣ ਵਾਲੇ ਸੀ, ਰਸਤੇ 'ਚ ਰੋਡ ਤੇ ਜਾਂਦੇ ਉਹਨਾਂ ਦੇ ਬੱਚੇ ਤੱਕ ਵੀ ਡਿਲੀਵਰ ਹੋਏ ਨੇ, ਰਾਈਟ। ਸੋ ਇਹੋ ਜਿਹਾ ਹਾਲ ਸਾਡਾ ਵੀ ਹੋ ਸਕਦਾ ਆ। ਸੋ ਇਸ ਚੀਜ਼ ਨੂੰ ਸਮਝੋ। ਔਰ ਜਿਹੜੇ ਵਾਕਈ ਜਿਹੜੀ ਜੱਸ ਨੇ ਵੀ ਗੱਲ ਕੀਤੀ, ਮਨਕਿਰਤ ਨੇ ਵੀ, ਕਿ ਭਰਾ ਵੀ ਜਿਹੜੇ ਸਾਡੇ ਮਜ਼ਦੂਰ ਨੇ, ਉਹਨਾਂ ਨੂੰ ਇਹ ਲੱਗਦਾ ਵੀ ਜੇ ਵੱਡੀਆਂ ਕੰਪਨੀਆਂ ਕੱਲ ਨੂੰ ਆ ਜਾਣਗੀਆਂ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਤੁਹਾਨੂੰ ਕੰਮ ਜ਼ਿਆਦਾ ਮਿਲੂ, ਇਹ ਸਭ ਤੋਂ ਵੱਡਾ ਭੁਲੇਖਾ ਆ। ਫਿਰ ਸਾਰਾ ਕੰਮ ਮਸ਼ੀਨਾਂ ਨੇ ਕਰਨਾ, ਕੰਮ ਉਹਨਾਂ ਨੂੰ ਨਹੀਂ ਮਿਲਣਾ, ਸਾਨੂੰ ਉਹਨਾਂ ਦੇ ਸਾਥ ਦੀ ਲੋੜ ਆ। ਉਹ ਵੀ ਘਰੋਂ ਬਾਹਰ ਨਿਕਲਣ, ਉਹ ਵੀ ਧਰਨੇ ਤੱਕ ਕੇ ਬੈਠਣ, ਪ੍ਰੋਟੈਸਟ ਕਰਨ। ਸਾਡਾ ਹੱਕ ਆ, ਹੱਕ ਵਾਸਤੇ ਲੜਨਾ ਜ਼ਰੂਰੀ ਆ। ਦੇਖੋ ਜੀ, ਅਸੀਂ ਪਹਿਲ ਕੀਤੀ ਆ, ਸਾਰਾ ਕੁਝ ਭੁੱਲ ਕੇ ਅਸੀਂ ਜਥੇਬੰਦੀਆਂ ਦੇ ਨਾਲ ਖੜ ਗਏ। ਅਸੀਂ ਤਾਂ ਸਰਕਾਰਾਂ ਨੂੰ ਵੀ ਇਹ ਕਹਿੰਦੇ ਆ, ਚਾਹੇ ਕੋਈ ਵੀ ਪਾਰਟੀ ਆ, ਜੇ ਅੱਜ ਉਹ ਸੰਘਰਸ਼ ਕਰ ਰਿਹਾ ਤਾਂ ਖੇਤੀ ਲਈ ਕਰ ਰਿਹਾ, ਉਹ ਆ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਜੀ। ਤੁਹਾਨੂੰ ਲੱਗਦਾ ਹੈ ਕਿ ਪੈਂਡੈਮਿਕ ਦੇ ਆੜ ਦੇ ਵਿੱਚ ਜੋ ਇਹ ਕਰੋਨਾ ਚੱਲ ਰਿਹਾ, ਇਸ ਵੇਲੇ ਸਰਕਾਰ ਦਾ ਇੱਕ ਸੋਚਿਆ ਸਮਝਿਆ ਫੈਸਲਾ ਸੀ ਕਿ ਇਸ ਟਾਈਮ ਦੇ ਵਿੱਚ, ਕਿਉਂਕਿ ਇਕੱਠ ਜ਼ਿਆਦਾ ਆਪਾਂ ਨਹੀਂ ਕਰਨ ਦੇਵਾਂਗੇ ਜਾਂ ਲੋਕੀ ਡਰ ਦੇ ਮਾਰੇ ਆਪ ਇਕੱਠ ਨਹੀਂ ਕਰਨਗੇ, ਸੋ ਇਹ ਜਿਹੜਾ ਬਿੱਲ ਅਸੀਂ ਹੁਣ ਪਾਸ ਕੀਤਾ ਕਿ ਪ੍ਰੋਟੈਸਟ ਨਹੀਂ ਹੋਣਗੇ। ਇਹ ਤਾਂ ਨੈਚੁਰਲ ਹੈ ਜੀ, ਫੈਕਟ ਹੈ ਜੀ। ਉਹ ਤਾਂ ਉਹਨਾਂ ਨੇ ਤਾਂ ਇਹ ਤਾਂ ਹੀ ਸੋਚ ਕੇ ਕੀਤਾ ਕਿ ਨਹੀਂ ਹੋਊਗਾ,
ਪਰ ਹੋਇਆ। ਜਿਹੜੀ ਗੱਲ ਹੈ ਸਾਡੀ ਕਿਸਾਨੀ 60% ਪੰਜਾਬ ਤੇ ਹਰਿਆਣਾ ਸਾਰਾ ਖੇਤੀ ਤੇ ਨਿਰਭਰ ਹੈ। ਅਗਰ ਖੇਤੀ ਮਰ ਗਈ ਤਾਂ ਛੋਟਾ ਦੁਕਾਨਦਾਰ ਤੇ ਕੋਈ ਕੱਪੜਾ, ਜਿਵੇਂ ਸੀਜ਼ਨ ਤੋਂ ਬਾਅਦ ਆਪਾਂ ਕੱਪੜਾ ਲੈਣ ਜਾਂਦੇ, ਕੱਪੜਾ ਲੈਣ ਨਹੀਂ ਜਾਊਗਾ। ਇਹ ਸਭ ਤੋਂ ਪਹਿਲਾਂ ਮਜ਼ਦੂਰ ਖਤਮ ਹੋਊਗਾ, ਕਿਉਂਕਿ ਇਹ ਸਾਰਾ ਮਸ਼ੀਨੀਕਰਨ ਹੋਣਾ ਇਹਦਾ। ਉਸ ਤੋਂ ਬਾਅਦ ਛੋਟਾ ਦੁਕਾਨਦਾਰ, ਉਸ ਤੋਂ ਬਾਅਦ ਆੜ੍ਹਤੀਆ, ਇਹ ਜ਼ਿਮੀਂਦਾਰ ਦਾ ਉਸ ਤੋਂ ਬਾਅਦ ਆ। ਪਰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ, ਜਿਹੜੇ ਹੋਰ ਸਟੇਟ ਦੇ ਸਾਡੇ ਕਰਨਾਟਕਾ, ਬਿਹਾਰ, ਯੂਪੀ ਦਾ ਯੂਥ ਟਵਿੱਟਰ ਤੇ ਬਹੁਤ ਆ। ਟਵਿੱਟਰ ਤੇ ਜਦੋਂ ਅਸੀਂ ਹੈਸ਼ਟੈਗ ਚਲਾਉਂਦੇ ਆ, ਉਦੋਂ ਕੀ ਹੈ, ਸੈਂਟਰ ਤੱਕ ਇੰਟਰਨੈਸ਼ਨਲ ਨਿਊਜ਼ ਬਣਦੀ ਹੈ, ਟਰੰਪ ਤੱਕ, ਬਾਹਰਲੇ ਮੀਡੀਆ ਤੱਕ ਜਾਂਦੀ ਹੈ, ਕਿਉਂਕਿ ਜਿੰਨੀ ਵੀ ਮਿਨਿਸਟਰੀ ਹੈ ਸਾਰੇ ਮੋਸਟਲੀ ਲੋਕ ਟਵਿੱਟਰ ਤੇ ਆਪਣਾ ਮੈਸੇਜ ਦਿੰਦੇ ਆ। ਸਾਡਾ ਯੂਥ ਵੱਧ ਤੋਂ ਵੱਧ ਟਵਿੱਟਰ ਤੇ ਹੈਸ਼ਟੈਗ ਚਲਾਵੇ, ਸੇਫ ਫਾਰਮਰ। ਉਹਦੇ ਨਾਲ ਕੀ ਇੰਟਰਨੈਸ਼ਨਲ ਨਿਊਜ਼ ਬਣੂਗੀ, ਤਾਂ ਇਹਨਾਂ ਤੇ ਨੈਸ਼ਨਲ ਜਿਹੜੇ ਮੀਡੀਆ ਜਿਹੜਾ ਨਹੀਂ ਦਿਖਾ ਰਿਹਾ ਉਹਦੇ ਤੇ ਦਬਦਬਾ ਬਣੂਗਾ ਉਹਦਾ। ਕਿਉਂਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹਨਾਂ ਨੂੰ ਇੰਟਰਨੈਸ਼ਨਲ ਜਦੋਂ ਨਿਊਜ਼ ਬਣਦੀ, ਇਹਨਾਂ ਤੇ ਦਬਦਬਾ ਬਣੇ। ਦਬਦਬਾ ਬਣੇ। ਸਾਡਾ ਯੂਥ ਫੇਸਬੁੱਕ ਤੇ ਹੈਗਾ, ਇੰਸਟਾਗ੍ਰਾਮ ਤੇ ਹੈਗਾ, ਸਨੈਪਚੈਟ ਤੇ ਹੈਗਾ, ਟਵਿੱਟਰ ਤੇ ਨਹੀਂ ਹੈਗਾ। ਟਵਿੱਟਰ ਤੇ ਇਹਨਾਂ ਨੂੰ ਸਵਾਲ ਕਰੋ ਕਿ ਦੱਸੋ, ਜਦੋਂ ਇਹਨਾਂ ਦੇ ਕੰਨ ਖੁੱਲਣਗੇ, ਜਦੋਂ ਇੰਟਰਨੈਸ਼ਨਲ ਮੀਡੀਆ ਇਹਨਾਂ ਤੇ ਪ੍ਰਭਾਵ ਪਾਊਗਾ, ਤਾਂ ਇਹ ਜਦੋਂ ਨੈਸ਼ਨਲ ਮੀਡੀਆ ਦਿਖਾਊਗਾ ਤਾਂ ਫਿਰ ਇਹ ਇਦੋਂ ਵੀ ਵੱਡੀ ਲਹਿਰ ਬਣੂਗੀ। ਪਰ ਗਲਬ ਇੱਥੇ ਗੱਲ ਇਹ ਹੈ ਕਿ ਜਦੋਂ ਉਹਨਾਂ ਦੇ ਕੰਨ ਖੁੱਲੇ ਆ, ਕਿਉਂਕਿ ਮੋਦੀ ਜੋ ਨਰਿੰਦਰ ਮੋਦੀ ਨੇ, ਜੋ ਸਾਡੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਪੰਜਾਬੀ ਵਿੱਚ ਵੀ ਟਵੀਟ ਕੀਤਾ ਸੀ, ਰਾਈਟ। ਬਟ ਗੱਲ ਇੱਥੇ ਇਹ ਹੈ ਕਿ ਜੇ ਇਹਨਾਂ ਨੇ ਸੋਧ ਕਰਨਾ ਹੀ ਹੁੰਦਾ ਬਿੱਲ ਦੇ ਵਿੱਚ, ਜਦੋਂ ਟਾਈਮ ਸੀ, ਥੋੜਾ ਗੈਪ ਸੀ, ਜਦੋਂ ਇਹ ਸੋਧ ਬਿੱਲ ਸੀ, ਕਾਨੂੰਨ ਨਹੀਂ ਬਣਿਆ ਸੀ, ਤਾਂ ਉਦੋਂ ਕਰ ਸਕਦੇ। ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਜਿਹੜਾ ਨੈਗੇਟਿਵ ਕਾਨੂੰਨ ਕਿਉਂ ਸੋਚਦੇ ਹੋ? ਜਦੋਂ ਇਹ ਲੋਕਾਂ ਕਰਕੇ ਕਾਨੂੰਨ ਬਣਾਉਂਦੇ ਆ, ਬੰਦਾ ਹੀ ਕਾਨੂੰਨ ਬਣਾਉਂਦਾ, ਰੱਬ ਨਹੀਂ ਬਣਾਉਂਦਾ। ਜਦੋਂ ਲੋਕੀ ਹੀ ਨਾਲ ਨੇ, ਜਦੋਂ ਲੋਕਾਂ ਦੀ ਲਹਿਰ ਚੱਲੂਗੀ, ਜਦੋਂ ਦੁਨੀਆ ਸਾਰੀ ਦਿੱਲੀ ਨੂੰ ਜਾਊਗੀ, ਇਹਨਾਂ ਨੇ ਲੋਕਾਂ ਵਾਸਤੇ ਬਣਾਇਆ। ਜਦੋਂ ਜਿੰਨਾਂ ਵਾਸਤੇ ਬਣਾਇਆ, ਜਦੋਂ ਉਹੀ ਖੁਸ਼ ਨਹੀਂ ਤਾਂ ਕਿਵੇਂ ਨਹੀਂ ਮੁੜੂਗਾ? ਇੱਕ ਗੱਲ ਦੱਸਿਓ, ਮੋਦੀ ਨੇ ਪੰਜਾਬੀ 'ਚ ਟਵੀਟ ਕਿਉਂ ਕੀਤਾ? ਅੱਜ ਤੱਕ ਤਾਂ ਕੀਤਾ ਨਹੀਂ ਜੀ। ਕਿਉਂ ਕੀਤਾ? ਕਿਉਂਕਿ ਉਹਨੂੰ ਸੇਕ ਲੱਗਾ ਤਾਂ ਉਹਨੇ ਪੰਜਾਬੀ 'ਚ ਟਵੀਟ ਕੀਤਾ। ਉਹਨੂੰ ਪਤਾ ਆ ਕਿ ਜਿਹੜੀ ਜਨਤਾ ਹੈ ਜਾਗ ਚੁੱਕੀ ਆ। ਔਰ ਬਿੱਲ ਕੋਈ ਇਹ ਮਤਲਬ ਕੁਦਰਤ ਦੇ ਬਣਾਏ ਹੋਏ ਬਿੱਲ ਨਹੀਂ, ਇਨਸਾਨ ਦੇ ਬਣਾਏ ਹੋਏ ਬਿੱਲ ਆ। ਜੇ ਉਹ ਬਣ ਸਕਦਾ ਤੇ ਉਹ ਚੇਂਜ ਵੀ ਹੋ ਸਕਦਾ। ਇਹ ਤਾਂ ਸ਼ਰੇਆਮ ਧੱਕਾ ਕਿ ਹਾਂ ਵੀ ਅਸੀਂ ਆਹ ਪ੍ਰੋਡਕਟ ਲਾਂਚ ਕੀਤਾ, ਕਰੀਮ ਤਾਂ ਤੁਹਾਡੇ ਮੂੰਹ ਤੇ ਲਾਉਣੀ ਹੈ, ਤੇ ਬੰਦਾ ਕਹਿੰਦਾ ਮੈਂ ਨਹੀਂ ਲਵਾਉਣੀ। ਇਹ ਤਾਂ ਧੱਕਾ ਨਾ। ਜਦੋਂ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ ਤਾਂ ਫਿਰ ਉਹਨੂੰ ਵਾਪਸ ਤਾਂ ਨਾਲੇ ਲੈਣਾ ਇੱਥੋਂ ਪਊਗਾ। ਇੱਕ ਗੱਲ ਇਹ ਵੀ ਸਿੱਧ ਹੋ ਗਈ ਵੀ ਸਰਕਾਰ ਆ ਜਿਹੜੀ ਉਹ ਪ੍ਰੈਸ਼ਰਾਈਜ਼ ਆ, ਇਹ 'ਚ ਕੋਈ ਸ਼ੱਕ ਨਹੀਂ। ਸੋ ਇਹ ਜਿਹੜਾ ਆਪਣਾ ਅਸੀਂ ਬਾਰ-ਬਾਰ ਤਾਂ ਹੀ ਕਹਿੰਦੇ ਵੀ ਆਪਾਂ ਏਕਾ ਬਣਾ ਕੇ ਰੱਖੀਏ ਤੇ ਆਪਾਂ ਰਲ ਕੇ ਚੱਲੀਏ, ਤਾਂ ਜੋ ਪ੍ਰੈਸ਼ਰ ਹੋਰ ਇਹਦਾ ਮਸਲਾ ਇੱਕ ਮੈਂ ਗੱਲ ਕਹਿੰਦਾ, ਸੌਰੀ, ਕਿਸੇ ਜਿਹੜੇ ਵੀ ਆਪਣੇ ਸਾਰੇ ਆਰਟਿਸਟ ਆ, ਥੋੜੇ ਆਰਟਿਸਟ, ਕਿਉਂਕਿ ਮੈਂ ਵੀ ਥੋੜਾ ਬਾਅਦ ਚ ਆਇਆ, ਮੈਂ ਜਸ ਨੂੰ ਦੇਖਿਆ ਵੀ ਜਸ ਉਹਦਾ ਲੱਗਾ ਹੋਇਆ, ਵਧੀਆ ਫੀਲ ਹੋਇਆ। ਹੌਲੀ ਹੌਲੀ ਆ ਕੇ ਮੈਂ ਵੀ ਆਇਆ, ਮੈਂ ਲਾ ਲਓ 8-9 ਨੰਬਰ ਤੇ ਮੇਰੀ ਗਿਣਤੀ ਆ ਜੂਗੀ। ਸਾਰੇ ਸਿੱਪੀ ਬਈ ਹੁਣੀ ਸਾਰੇ ਭਰਾ ਲੱਗੇ ਸੀ। ਮੈਂ ਸਾਰੇ ਭਰਾਵਾਂ ਨੂੰ ਫਿਰ ਇੱਕੋ ਗੱਲ ਕਹਿਣਾ, ਹੋਰ ਜਿਹੜੇ ਆਰਟਿਸਟ ਰਹਿ ਗਏ ਪਲੀਜ਼ ਆਓ, ਆਪਦਾ ਕੰਮ ਕਰ, ਕੋਈ ਨਾ ਛੱਡੋ। ਜਸਵੀਰ ਵੀ ਨਹੀਂ ਛੱਡ ਰਿਹਾ, ਮੈਂ ਵੀ ਨਹੀਂ ਛੱਡ ਰਿਹਾ, ਪਰ ਵਾਰੀਆਂ ਪੱਟ ਲਓ, 3-4 ਘੰਟਿਆਂ ਦੀ ਵਾਰੀਆਂ ਪੱਟ ਲਓ। ਕੋਈ ਗਾਣੇ ਰਿਲੀਜ਼ ਕਰਨੇ ਆ ਉਹ ਕਰੋ, ਕਿਤੇ ਤੁਹਾਨੂੰ ਸ਼ੋਅ ਹੈਗਾ ਉਹ ਲਾਓ। ਪਰ ਜਦੋਂ ਤੱਕ ਇਹ ਬਿੱਲ ਆਪਾਂ ਆਪਦੇ ਹੱਕਾਂ 'ਚ ਪਾਸ ਨਹੀਂ ਕਰਾ ਰਹੇ, ਆਪਣੀ ਰੋਜ਼ ਪੋਸਟ ਪਾਓ, ਜਿਵੇਂ ਕਿ ਵੀਰ ਨੇ ਕਿਹਾ ਟਵੀਟ ਤੇ ਪਾਓ, ਹੈਸ਼ਟੈਗ ਲਾ ਕੇ ਪਾਓ। ਤੇ ਆਪਾਂ ਜਿੱਥੇ ਵੀ ਧਰਨਾ ਲੱਗਦਾ ਆਪਾਂ ਹਰ ਬੰਦਾ 2 ਘੰਟੇ ਜ਼ਰੂਰ ਹੁਣ ਜਿਵੇਂ ਮਨਕਿਰਤ ਨੇ ਇੱਕ ਗੱਲ ਕਹੀ, ਇਹ ਗੱਲ ਪਤਾ ਕੀ ਆ, ਜੇ ਹੁਣ ਆਰਟਿਸਟ ਗਾਉਂਦਾ ਕੋਈ, ਹੁਣ ਦੇਖੋ ਜਿਵੇਂ ਇੱਕ ਜੱਟ ਦੀ ਖੇਤੀ ਆ, ਉਹ ਮਤਲਬ ਉਹਦੇ ਘਰੇ ਕੋਈ ਵੀ ਮਿਸ ਹੈਪਨਿੰਗ ਹੋ ਜੇ, ਉਹ ਖੇਤ ਨੂੰ ਪਾਣੀ ਲਾਉਣ ਤਾਂ ਜਾਂਦਾ। ਉਵੇਂ ਸਾਡੀ ਖੇਤੀ, ਸਾਡੇ ਗਾਣੇ ਆ, ਅਸੀਂ ਵਿੱਚ ਹੋਰ ਸਨੈਪਚੈਟਾਂ ਵੀ ਪਾਉਂਦੇ ਆ, ਅਸੀਂ ਕੰਮ ਵੀ ਕਰਦੇ ਰਵਾਂਗੇ, ਕਿਉਂਕਿ ਸਾਡੀ ਇਹ ਖੇਤੀ ਆ। ਜਿਵੇਂ ਮਨਕਿਰਤ ਨੇ ਕਿਹਾ, ਇਹ ਰਾਈਟ ਗੱਲ ਆ, ਕਿਉਂਕਿ ਕਈ ਆਰਟਿਸਟ ਨੂੰ ਇਹ ਲੱਗਦਾ ਵੀ ਜੇ ਅਸੀਂ ਇਸ ਮੁਹਿੰਮ 'ਚ ਵੜ ਗਏ, ਜੇ ਮਤਲਬ ਜੇ ਹੋਵੇ ਉਹਨਾਂ ਦੇ ਮਨ 'ਚ ਕਿ ਇਸ ਮੁਹਿੰਮ 'ਚ ਵੜ ਗਏ, ਚੀਕ ਪੈਂਦੀ ਆ ਬੰਦੇ ਦੀ, ਜੇ ਅਸੀਂ ਕੁਝ ਹੋਰ ਪੋਸਟ ਕਰਾਂਗੇ ਤਾਂ ਲੋਕ ਗਲਤ ਬੋਲਣਗੇ। ਤੇ ਮੈਂ ਆਡੀਅנס ਨੂੰ ਵੀ ਬੇਨਤੀ ਕਰਦਾ ਕਿ ਇਹ ਸਾਡੀ ਖੇਤੀ ਆ, ਇਹ ਨਾਲ ਦੀ ਨਾਲ ਚੱਲਦੀ ਰਹੂਗੀ। ਸਾਡੇ ਮਜ਼ਦੂਰ ਦਰਸ਼ਨ ਔਲਖ ਜੀ, ਮੈਂ ਤਾਂ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੀਡੀਆ ਨਾਲ। ਅਸੀਂ ਅੱਜ ਇੱਕ ਝੰਡੇ ਥੱਲੇ ਇਕੱਠੇ ਹੋ ਗਏ ਹਾਂ, ਜਿਹੜਾ ਮੈਂ ਕਈ ਚਿਰ ਤੋਂ ਰੌਲਾ ਪਾ ਰਿਹਾ ਸੀਗਾ, ਤੇ ਉਹਦੇ 'ਚ ਸਾਰੇ ਕਲਾਕਾਰਾਂ ਨੂੰ ਸਾਡਾ ਜਿਹੜਾ ਗਵਰਨਰ ਸਾਹਿਬ ਨੇ 4 ਵਜੇ ਦਾ ਟਾਈਮ ਦਿੱਤਾ, ਸੋਮਵਾਰ 5 ਤਰੀਕ ਨੂੰ, ਤੇ ਅਸੀਂ ਮੈਮੋਰੈਂਡਮ ਦੇਣ ਜਾਵਾਂਗੇ। ਉਹਦੇ 'ਚ ਮੈਨੂੰ ਲੱਗਦਾ ਕੋਈ ਵੀ ਕਲਾਕਾਰ ਪੰਜਾਬ ਦਾ, ਚਾਹੇ ਉਹ ਐਕਟਰ ਹੈ, ਚਾਹੇ ਉਹ ਸਿੰਗਰ ਹੈ, ਚਾਹੇ ਕਿਸੇ ਵੀ ਫੀਲਡ ਨਾਲ ਜੁੜਿਆ ਕਲਾਕਾਰ ਹੈ, ਉਹ ਜ਼ਰੂਰ ਪਹੁੰਚੂਗਾ। ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਦੇਖ ਰਹੇ ਨੇ ਜਾਂ ਸੁਣ ਰਹੇ ਨੇ, ਜਿਨ੍ਹਾਂ ਤੱਕ ਗੱਲ ਪਹੁੰਚਦੀ ਹੈ, ਉਹ ਸੋਮਵਾਰ 3 ਵਜੇ ਗੁਰਦੁਆਰਾ ਸਾਹਿਬ 8 ਸੈਕਟਰ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ। ਅਸੀਂ ਉੱਥੋਂ ਅਰਦਾਸ ਕਰਕੇ ਜਿਹੜਾ ਇਹ ਹੈਗਾ ਉੱਥੋਂ ਪੈਦਲ ਜਾਵਾਂਗੇ ਗਵਰਨਰ ਹਾਊਸ, ਤੇ 4 ਵਜੇ ਅਸੀਂ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇਵਾਂਗੇ। ਉਹਨਾਂ ਨਾਲ ਗੱਲ ਹੋ ਚੁੱਕੀ ਹੈ। ਤੇ ਜਿਹੜੀ ਗੱਲ ਆਉਂਦੀ ਹੈ, ਜਦੋਂ ਵੀ ਗੱਲ ਆਉਂਦੀ ਹੈ, ਜਿਵੇਂ ਵੀਰ ਨੇ ਗੱਲ ਕੀਤੀ ਵੀ ਅਸੀਂ ਸਿਰਫ ਕਿਸਾਨੀ ਦੀ ਗੱਲ ਕਰਾਂਗੇ, ਸਾਡੇ ਨਾਲ ਕੋਈ ਵੀ ਸਿਆਸੀ ਗੱਲ ਨਾ ਕੀਤੀ ਜਾਵੇ, ਕਿਉਂਕਿ ਸਾਡਾ ਸਿਆਸੀ ਮੰਚ ਨਹੀਂ ਹੈਗਾ। ਅਸੀਂ ਪਹਿਲਾਂ ਵੀ ਕਲਾਕਾਰ ਨਿਊਟਰਲ ਹੁੰਦੇ ਆ ਤੇ ਅੱਜ ਵੀ ਨਿਊਟਰਲ ਆ। ਅਸੀਂ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਹੈਗੇ, ਨਾ ਹੀ ਸਾਨੂੰ ਜੋੜਿਆ ਜਾਵੇ। ਅਸੀਂ ਜਦੋਂ ਵੀ ਇਹ ਜਿਹੜਾ ਝੰਡਾ ਚੱਕਿਆ, ਸਾਰਿਆਂ ਨੇ ਰਲ ਕੇ ਕਿਸਾਨਾਂ ਦੇ ਜਿਹੜਾ ਕਾਲਾ ਕਾਨੂੰਨ ਆ, ਸਰਕਾਰ ਅੰਨੀ ਤੇ ਬੋਲੀ ਸਰਕਾਰ ਨੇ ਕਾਨੂੰਨ ਬਣਾਇਆ ਬਿਨਾਂ ਸੋਚੇ ਸਮਝੇ। 5 ਜੂਨ ਨੂੰ ਜਦੋਂ ਲੋਕ ਘਰਾਂ 'ਚ
ਲੋਕ ਸੀਗੇ ਉਦੋਂ ਇਹਨਾਂ ਨੇ ਕਾਨੂੰਨ ਬਣਾਇਆ। ਕੀ ਲੋੜ ਪਈ ਸੀ ਇਹੋ ਜਿਹਾ ਕਾਨੂੰਨ ਬਣਾਉਣ ਦੀ ਕਿ 5 ਜੂਨ ਨੂੰ ਇਹ ਕਾਨੂੰਨ ਬਣਾਉਣਾ ਪਿਆ? ਕਿਉਂਕਿ ਉਦੋਂ ਉਹਨਾਂ ਨੂੰ ਦਿਸ ਰਿਹਾ ਸੀ ਵੀ ਇਕੱਲਾ ਇੱਕੋ ਹੀ ਬੰਦਾ ਹੈ ਜਿਹੜਾ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਰੋਟੀ ਦੇ ਰਿਹਾ, ਦੁੱਧ ਦੇ ਰਿਹਾ, ਸਬਜ਼ੀਆਂ ਦੇ ਰਿਹਾ, ਤੇ ਉੱਥੇ ਕੋਠੀਆਂ ਵੀ ਉੱਥੇ ਖੜੀਆਂ ਸੀ, ਕਾਰਾਂ ਵੀ ਉੱਥੇ ਖੜੀਆਂ ਸੀ, ਬੰਦਿਆਂ ਦੇ ਬਿਜ਼ਨਸ ਵੀ ਉੱਥੇ ਖੜੇ ਸੀ। ਇਹਨਾਂ ਦੀ ਅੱਖਾਂ 'ਚ ਰੜਕਿਆ ਕਿਸਾਨ, ਇਹਨਾਂ ਨੇ ਉਹਨੂੰ ਵੀ ਪ੍ਰਾਈਵੇਟ ਕਰਤਾ। ਜੀ ਦਰਸ਼ਨ ਜੀ, ਇੱਥੇ ਇੱਕ ਸਵਾਲ ਹੈ, ਜਿੱਦਾਂ ਤੁਸੀਂ ਵੀ ਕਿਹਾ ਜੂਨ ਤੋਂ ਇਹ ਜਿਹੜਾ ਹੈ ਮਤਾ ਪਾਸ ਹੋਣ ਦੀ ਗੱਲ ਚੱਲ ਰਹੀ ਸੀ, ਕਿਸਾਨ ਅਦੋਂ ਵੀ ਧਰਨੇ ਲਗਾ ਰਹੇ ਸੀ, ਪਰ ਅਦੋਂ ਅਸੀਂ ਤੁਹਾਨੂੰ ਲੱਗਦਾ ਹੈ ਕਿ ਜੇ ਅਸੀਂ ਅਦੋਂ ਜਾਗ ਜਾਂਦੇ ਤੇ ਅੱਜ ਸ਼ਾਇਦ ਮਾਹੌਲ ਕੁਝ ਹੋਰ ਹੁੰਦਾ, ਅੱਜ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ? ਨਹੀਂ, ਉਦੋਂ ਸਾਡਾ ਗਲਾ ਦਬਾਇਆ ਜੀ ਕਰੋਨਾ ਦੇ ਨਾਂ ਤੇ। ਅੱਜ ਵੀ ਸਾਨੂੰ ਕਰੋਨਾ ਦੇ ਨਾਂ ਤੇ ਮੂੰਹ ਤੇ ਮਾਸਕ, ਜਦ ਕਿ ਇਹ ਸਾਰਾ ਕੁਝ ਮੈਨੂੰ ਲੱਗਦਾ ਇਹਨਾਂ ਨਾਲ ਛੜੰਤਰ ਸੀਗਾ ਵੱਡੇ ਲੈਵਲ ਦਾ, ਬਹੁਤ ਵੱਡੇ ਲੈਵਲ ਦਾ। ਕਿਉਂਕਿ 5 ਜੂਨ ਨੂੰ ਅਸੀਂ ਸਾਰੇ ਘਰਾਂ ਸੀ, ਉਦੋਂ ਕਿਸੇ ਨੇ ਧਰਨਾ ਨਹੀਂ ਲਾਇਆ, ਨਾ ਮੇਰਾ ਰੋਡ ਦੇ ਉੱਤੇ ਤਾਂ ਚਲਾਨ ਕੱਟਦੇ ਸੀਗੇ ਜੇ ਕੋਈ ਜਾਂਦਾ ਸੀ ਬੰਦਾ। ਉਦੋਂ ਇਹਨਾਂ ਨੇ ਇਸ ਲਾਅ ਨੂੰ ਪਾਸ ਕੀਤਾ, ਪਾਸ ਕਰਕੇ ਰਾਜ ਸਭਾ ਦੇ ਵਿੱਚ ਤੁਹਾਡੇ ਸਾਹਮਣੇ ਕਿਵੇਂ ਧੱਕੇ ਨਾਲ ਪਾਸ ਕਰਾਇਆ, ਰਾਸ਼ਟਰਪਤੀ ਸਾਹਿਬ ਤੋਂ ਸਟੈਂਪ ਲਵਾ ਦਿੱਤੀ, ਸਾਰਾ ਕੁਝ ਹੋ ਗਿਆ। ਪਰ ਇਹ ਕਾਨੂੰਨ ਲਾਗੂ ਇਸ ਤਰ੍ਹਾਂ ਨਹੀਂ ਹੋ ਸਕਦਾ। ਇੱਕ ਗੱਲ ਮੈਂ ਦੱਸ ਦਿੰਦਾ ਕਿ ਇਹ ਸਰਕਾਰਾਂ ਕਾਨੂੰਨ ਬਣਾ ਜ਼ਰੂਰ ਦਿੰਦੀਆਂ ਨੇ, ਪਰ ਲਾਗੂ ਉਦੋਂ ਤੱਕ ਨਹੀਂ ਹੋ ਸਕਦੇ ਜਦੋਂ ਦੀ ਸਹਿਮਤੀ ਨਹੀਂ ਹੋਵੇ। ਜੀ ਹੋਰ ਜਿਹੜੇ ਇੱਥੇ ਕਲਾਚਾਰੀ ਦੇਖੋ ਜਿਵੇਂ ਮੈਂ ਹੋ ਗਿਆ, ਮਨਕੀਰਤ ਹੋ ਗਿਆ, ਸਿੱਪੀ ਬਾਈ ਹੋ ਗਿਆ, ਸਾਰੇ ਅਸੀਂ ਜਿਵੇਂ ਹੁਣ ਕਹਿ ਥੋੜਾ ਪਿੱਛੇ ਥੋੜਾ ਪਿੱਛੇ ਹੋ ਜਾਓ ਨਾ, ਥੋੜਾ ਪਿੱਛੇ ਹੋ ਜਾਓ। ਅੱਜ ਇੰਡਸਟਰੀ ਨੇ ਇੱਕ ਇਹਦਾ ਸਬੂਤ ਦਿੱਤਾ ਜੀ। ਸਾਰੇ ਇਕੱਠੇ ਨੇ, ਮਾਨ ਸਾਡਾ, ਕੋਰੇ ਵਾਲਾ, ਦਿਲਪ੍ਰੀਤ, ਸਾਰਥੀ ਬਾਈ, ਸਾਰੇ ਵੀਰ ਨੇ ਜਿਹੜੇ ਉਹ ਸਾਡੇ ਨਾਲ ਨੇ ਜੀ। ਚੇਤਨ ਸਾਡਾ ਭਰਾ, ਤੁਸੀਂ ਆਪ ਪਿੱਛੇ ਤੁਸੀਂ ਪਿੱਛੇ ਹੋ ਜਾਓ ਪਲੀਜ਼, ਤੁਸੀਂ ਪਿੱਛੇ ਹੋ ਜਾਓ, ਥੋੜਾ ਪਿੱਛੇ ਹੋ ਜਾਓ ਪਲੀਜ਼। ਸਿਆਣਪ ਦੀ ਗੱਲ ਤੁਸੀਂ ਇਹ ਦੇਖੋ ਵੀ ਸਰਕਾਰ ਦੀ ਜੇ ਤੁਸੀਂ ਕੁਐਸਚਨ ਕਰਦੇ ਸੀਗੇ ਵੀ ਉਹਨਾਂ ਨੇ ਜਿਹੜਾ ਬਿੱਲ ਪਾਸ ਕੀਤਾ ਉਦੋਂ ਕੀਤਾ ਜਦੋਂ ਝੋਨੇ ਦੀ ਫਸਲ ਪ੍ਰੋਪਰ ਵੱਢਣ ਤੇ ਸੀ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿੰਨਾ ਚਿਰ ਜੱਟ ਝੋਨਾ ਨਹੀਂ ਵੱਢ ਲੈਣਗੇ, ਜਿੰਨਾ ਚਿਰ ਮਜ਼ਦੂਰ ਖੇਤਾਂ ਦਾ ਕੰਮ ਨਹੀਂ ਨਿਬੇੜ ਲੈਣਗੇ, ਉਹਨਾਂ ਚਿਰ ਉਹ ਕਿਸੇ ਧਰਨੇ ਤੇ ਨਹੀਂ ਆਉਣਗੇ। ਉਹਨਾਂ ਨੂੰ ਪਤਾ ਜਿੰਨਾ ਚਿਰ ਕਣਕ ਨਹੀਂ ਬੀਜੀ ਜਾਊ ਉਹਨਾਂ ਚਿਰ ਕਿਸੇ ਧਰਨੇ ਤੇ ਨਹੀਂ ਆਉਣਗੇ। ਇਹ ਉਹਨਾਂ ਦੀ ਸੋਚੀ ਸਮਝੀ ਹੋਈ ਸਾਜ਼ਿਸ਼ ਸੀਗੀ, ਚਾਲ ਸੀਗੀ ਵੀ ਅਸੀਂ, ਕਿਉਂਕਿ ਜੱਟ ਦੀ ਮਜਬੂਰੀ ਆ ਬਹੁਤ ਵੱਡੀ, ਮਜ਼ਦੂਰ ਦੀ ਮਜਬੂਰੀ ਆ ਕਿ ਇਸੇ ਟਾਈਮ ਤੇ ਉਹਨੇ ਪੈਸੇ ਕਮਾਉਣੇ ਹੁੰਦੇ, ਕਿ ਝੋਨੇ ਦੀ ਫਸਲ ਹੀ ਐਸੀ ਫਸਲ ਆ ਜਿੱਤੇ ਕਿ ਜੱਟ ਲੈਵਲ ਤੇ ਆਉਂਦਾ ਹੈ, ਬਾਕੀ ਫਸਲਾਂ ਤਾਂ ਉਹਨੂੰ ਕਰਜ਼ੇ ਥੱਲੇ ਰੱਖਦੀਆਂ। ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਮੈਂ ਕਰਨੀ ਚਾਹੁੰਦਾ, ਅਗਰ ਜਿਵੇਂ ਪ੍ਰੈਸ਼ਰ ਵੱਧ ਬਣਦਾ, ਅਗਰ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਇੰਟਰਨੈਟ ਬੰਦ ਕਰ ਦਿੰਦੀ ਹੈ ਤਾਂ ਸਾਡੇ ਲੋਕਾਂ ਨੂੰ ਇੰਟਰਨੈਟ ਕੱਲ ਨੂੰ ਬੰਦ ਹੋ ਜਾਂਦਾ ਜਦੋਂ ਪ੍ਰੈਸ਼ਰ ਵੱਧਦਾ, ਤਾਂ ਆਪਣੇ ਲੋਕ ਜਿਹੜੇ ਯੂਥ ਹੈ ਆਪਣੇ ਨਾਲ ਬਜ਼ੁਰਗਾਂ ਨੂੰ, ਪਿੰਡਾਂ ਨੂੰ, ਉਹਨਾਂ ਨੂੰ ਪਿੰਡਾਂ 'ਚ ਜੋੜੇ ਕੇ ਕੱਲ ਨੂੰ ਕਿਸਾਨ ਯੂਨੀਅਨ ਕੋਈ ਕਾਲ ਦਿੰਦੀ ਹੈ ਤਾਂ ਆਪਣੇ ਫੋਨਾਂ ਤੇ ਆਪਾਂ ਫੋਨ ਕਰਕੇ ਕਿਸੇ ਵੀ ਧਰਨੇ 'ਚ ਜਾ ਸਕੀਏ। ਕਿਉਂਕਿ ਜੇ ਇੰਟਰਨੈਟ ਬੰਦ ਹੋ ਗਿਆ, WhatsApp, Snapchat, Instagram ਸਭ ਕੁਝ ਬੰਦ ਹੋ ਜਾਣਾ, ਤਾਂ ਸਾਡੇ ਧਰਨਿਆਂ ਨੂੰ ਫੇਲ ਕਰਨ ਲਈ ਆਉਣ ਵਾਲੇ ਸਮੇਂ 'ਚ ਇੰਟਰਨੈਟ ਬੰਦ ਕਰ ਸਕਦੇ ਆ। ਇੰਟਰਨੈਟ ਬੰਦ ਰਹੇ, ਅਸੀਂ ਸਭਾਵਾਂ ਬਣਾਉਣੀਆਂ ਪੈਣਗੀਆਂ ਪਿੰਡਾਂ 'ਚ, ਹਰੇਕ ਪਿੰਡ 'ਚੋਂ 2-2 ਟਰਾਲੀਆਂ ਜੇ ਕਾਲ ਆਊਗੀ, ਕਾਲ ਤੇ ਗਰੁੱਪ ਬਣੇ, ਸਿੱਧੀ ਕਾਲਿੰਗ ਨਾਲ ਆਪਾਂ ਇਕੱਠੇ ਹੋ ਸਕੀਏ। ਕਿਉਂਕਿ ਇਹਨਾਂ ਨੇ ਹੁਣ ਇੰਟਰਨੈਟ ਵੀ ਆਉਣ ਵਾਲੇ ਸਮੇਂ 'ਚ ਬੰਦ ਕਰਨਗੇ, ਕਿਉਂਕਿ ਜਦੋਂ ਵੇਵ ਬਣੂਗੀ ਇਹਨਾਂ ਨੇ ਫੇਲ ਕਰਨ ਲਈ ਹਰ ਹੱਥਕੰਡਾ ਅਪਣਾਉਣਾ ਹੈ। ਅਸੀਂ ਉਸ ਹੱਥਕੰਡੇ ਨੂੰ ਕਾਮਯਾਬ ਨਹੀਂ ਹੋਣ ਦੇਣਾ। ਯੂਥ ਨੂੰ, ਬਜ਼ੁਰਗ ਨੂੰ, ਬੀਬੀਆਂ, ਇੱਕ ਸਭ ਤੋਂ ਵੱਡੀ ਗੱਲ ਹੈ, ਸਿਰਫ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਕਰ ਗਿਆ, ਕੁੜੀਆਂ ਨੂੰ ਮੈਂ ਬੇਨਤੀ ਕਰਦਾ ਸਭ ਤੋਂ ਵੱਧ ਫੀਮੇਲਸ, ਆਂਟੀਆਂ, ਬੀਬੀਆਂ, ਬਜ਼ੁਰਗ, ਕੁੜੀਆਂ ਅੱਗੇ ਆਉਣ। ਉਹਨਾਂ ਨੇ ਵੀ ਐਵੇਂ ਹੀ ਮਰਨਾ ਹੈ, ਉਹਦਾ ਨੁਕਸਾਨ ਉਹਨਾਂ ਦਾ ਵੀ ਹੈ। ਇੱਧਰ ਚੇਤਨ ਜੀ ਦੇ ਇਸ ਤਰ੍ਹਾਂ ਜੀ एकजुट होने की लोड़ है, सारे जने एकजुट होने ते जेड़े जेड़े कहीं जिते जिते भी ਅਸੀਂ ਧਰਨੇ लगा रहे हैं, कोई कित्थे लगा रहा है। वीर ने पहले बिल्कुल सही गल बोली सी, मेन चीज मुद्दा ਤਾਂ ਇਹ ਹੈ ਸਾਰੇ एकजुट हो, ਹੱਥ ਨਾਲ ਹੱਥ ਜਦ ਰੱਖੋਗੇ ਤਾਂ ਹੀ ਇਹ ਚੀਜ਼ ਦਾ ਮੁੱਦਾ ਅੱਗੇ ਸੋਲਵ ਹੋਊਗਾ ਆਪਣਾ, ਤੇ ਸਭ ਨੂੰ एकजुट ਹੋਣ ਦੀ ਲੋੜ ਹੈ। ਤੇ ਇਹ ਨਾ ਕੋਈ ਕਿੱਥੇ ਜਾਏ, ਕੋਈ ਕਿੱਥੇ ਜਾਏ, ਸਾਰੇ ਇਕੱਠੇ ਹੋ। ਇਹ ਮੁੱਦਾ ਹੈ ਕਿਸਾਨਾਂ ਦਾ, ਨਾ ਕਿ ਕੋਈ ਪੋਲੀਟੀਕਲ ਕਿਸੇ ਦੇ ਕੋਈ ਚੁਣਾਵ ਨਹੀਂ ਲੜਦੇ, ਤੇ ਇਹ ਇੱਥੇ ਕਿਸਾਨਾਂ ਦੇ ਹੱਕ 'ਚ ਖੜੋ ਸਾਰੇ, ਤੇ ਸਾਰੇ ਇਕੱਠੇ ਹੋ ਕੇ ਲੜੋ, ਪਤਾ ਲੱਗੇ ਪੰਜਾਬੀ ਇੰਡਸਟਰੀ ਕੋਈ ਚੀਜ਼ ਹੈਗੀ ਹੈ। ਦੇਖੋ ਪੰਜਾਬੀ ਇੰਡਸਟਰੀ ਨੇ ਏਕਾ ਦਿਖਾਇਆ ਵੀਰੇ, ਉਹਨੇ ਸ਼ੁਰੂ ਤੋਂ ਸ਼ਹਿਰ 'ਚ ਰਹਿੰਦੇ ਆ, ਪਰ ਇਹਨਾਂ ਨੂੰ ਵੀ, ਕਿਉਂਕਿ ਆਰਟਿਸਟ ਦਾ ਕੋਈ ਸ਼ਹਿਰ, ਕੋਈ ਪਿੰਡ, ਕੋਈ ਧਰਮ, ਮਜ਼ਹਬ ਨਹੀਂ ਹੁੰਦਾ, ਇਹਨਾਂ ਨੂੰ ਵੀ ਕਿਸਾਨੀ ਲਈ ਦਰਦ ਆ। ਇਹ ਵੀ ਵੀਰ ਸਾਡੇ ਨਾਲ ਅੱਜ, ਕਿਉਂਕਿ ਸਾਡਾ ਰੋਸ ਸੀਗਾ ਵੀ ਪਿੰਡਾਂ ਵਾਲੇ ਕਲਾਕਾਰ ਪ੍ਰਦਰਸ਼ਨ ਕਰ ਰਹੇ ਨੇ, ਧਰਨੇ ਲਾ ਰਹੇ ਨੇ, ਸ਼ਹਿਰਾਂ ਵਾਲੇ ਨਹੀਂ ਆ ਰਹੇ, ਪਰ ਵੀਰੇ ਉਹਨਾਂ ਨੇ ਇਹ ਪ੍ਰੂਫ ਦਿੱਤਾ ਕਿ ਪਿੰਡਾਂ ਵਾਲੇ, ਸ਼ਹਿਰਾਂ ਵਾਲੇ ਕਲਾਕਾਰ ਦਾ ਕੋਈ ਸਿਸਟਮ ਨਹੀਂ, ਸਾਰੇ ਅੱਜ ਖੁੱਲ ਕੇ ਮੈਦਾਨ 'ਚ ਆ ਗਏ। ਤੇ ਸ਼ਹਿਰ ਹੋਵੇ ਭਾਵੇਂ ਪਿੰਡ ਹੋਵੇ, ਅਸੀਂ ਨਾਲ ਹੈ ਜੀ ਸਾਰਿਆਂ ਦੇ, ਜਿੱਥੇ ਬੋਲਾਂਗੇ, ਜਿੱਥੇ ਬੁਲਾਣਗੇ ਉੱਥੇ ਤੁਹਾਡੇ ਨਾਲ ਕਰਾਂਗੇ। ਕੋਰੇ ਵਾਲਾ ਮਾਨ ਤੇ ਦਿਲਪ੍ਰੀਤ ਅਸੀਂ ਇੱਕੋ ਹੀ ਗੱਲ ਕਹਿੰਦੇ ਜੀ, ਕਲਾਕਾਰ ਵੀ ਹੋਣਾ ਹੈ, ਸਾਲ 2 ਸਾਲ, ਕੋਈ 5 ਸਾਲ ਤੋਂ, ਕੋਈ 10 ਸਾਲ ਤੋਂ। ਮੇਰੇ ਵੀਰੇ ਸ਼ੁਰੂ ਤੋਂ ਸਾਡਾ ਧਰਮ ਕਿਸਾਨੀ ਆ, ਖੇਤੀ ਕਰਦੇ ਹਾਂ ਅਸੀਂ, ਤੇ ਖੇਤੀ ਨੂੰ ਅਸੀਂ ਆਪਦੇ ਹੱਥੋਂ ਨਹੀਂ ਜਾਣ ਦੇਵਾਂਗੇ, ਚਾਹੇ ਕੁਝ ਵੀ ਹੋਏ। ਤੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਰੇ ਕਿਸਾਨਾਂ ਦੇ ਪੁੱਤ ਨੇ ਜੀ, ਹੈ ਨਾ, ਕਿਸਾਨਾਂ ਦੇ ਜਿੱਥੇ ਸਾਰੇ ਵੀਰੇ ਕਹਿਣਗੇ ਉੱਥੇ ਓਬਵੀਅਸਲੀ ਕਿਸਾਨੀ ਲਈ ਤਾਂ ਲੜਾਂਗੇ, ਅਸੀਂ ਆਪਣੇ ਖੇਤਾਂ ਲਈ ਤਾਂ ਲੜਾਂਗੇ, ਜਿੱਥੇ ਕਹਿਣਗੇ ਤਾਂ ਸਾਰੇ ਇਕੱਠੇ ਹੀ ਆ। ਵਾਰੀਆਂ ਅਸੀਂ ਵੰਡੀਆਂ ਨੇ ਜੀ,
ਜਿਵੇਂ ਪਹਿਲਾਂ ਕਿਹਾ ਵੀ ਕਿਸੇ ਨੇ ਗਾਣਾ ਸ਼ੂਟ ਕਰਨਾ ਹੈ, ਕਿਸੇ ਦਾ ਸ਼ੋਅ ਹੈ, ਉਹ ਜਾਵੇ। ਵਾਰੀ-ਵਾਰੀ ਅਸੀਂ ਐਡਜਸਟਮੈਂਟ ਕਰ ਲਾਂਗੇ। ਅੱਜ 2 ਜਣੇ ਜਾਣਗੇ, ਅੱਜ 4 ਜਣੇ ਜਾਣਗੇ, ਜਿੱਥੇ ਕਿਸਾਨ ਜਥੇਬੰਦੀਆਂ ਸਾਨੂੰ ਬੁਲਾਉਣਗੀਆਂ। ਮੈਂ ਵਾਰ-ਵਾਰ ਇਹ ਕਹਿ ਰਿਹਾ ਤਾਂ ਕਰਕੇ ਕਿਉਂਕਿ ਸਾਡਾ ਪੰਜਾਬੀ ਇੰਡਸਟਰੀ ਦਾ ਪ੍ਰੋਪਰ ਤੌਰ ਤੇ ਸਮਰਥਨ ਹੈ ਜਿਹੜਾ ਉਹ ਕਿਸੇ ਹੋਰ ਬੰਦੇ ਨੂੰ ਨਹੀਂ ਹੈਗਾ, ਕਿਸਾਨ ਜਥੇਬੰਦੀਆਂ ਨੂੰ ਨੇ। ਜਿਹੜਾ ਬੰਦਾ ਆਪਦੇ ਤੌਰ ਤੇ ਆਪ ਦਾ ਪ੍ਰੋਟੈਸਟ ਕਰ ਰਿਹਾ ਉਹ ਸਾਡੀ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਦਾ ਪਾਰਟ ਨਹੀਂ, ਅਸੀਂ ਉਹਨੂੰ ਮੰਨਾਂਗੇ। ਸਾਡਾ ਸਮਰਥਨ ਸਿੱਧੇ ਤੌਰ ਤੇ ਜਥੇਬੰਦੀਆਂ ਨੂੰ ਹੈ। ਜੀ ਮੈਂ ਤਾਂ ਤੁਸੀਂ ਕੀ ਕਹਿਣਾ ਜੀ ਬਿਲਕੁਲ, ਮੇਰਾ ਇੱਕ ਵੱਡਾ ਮੈਸੇਜ ਹੈ ਕਿ ਅਸੀਂ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਇੱਕ ਪੰਜਾਬ ਤੇ ਇੱਕ ਹਰਿਆਣਾ, ਅਸੀਂ ਸਾਰੇ ਇੱਕ ਆ ਕਿਉਂਕਿ ਅਸੀਂ ਹਰਿਆਣੇ ਤੋਂ ਬਿਲੋਂਗ ਕਰਦੇ ਹਾਂ। ਮਨਕੀਰਤ ਭਾਈ ਫਤਿਆਬਾਦ ਤੋਂ ਆ, ਮੈਂ ਕਰਨਾਲ ਤੋਂ ਆ, ਸਾਡੇ ਹੋਰ ਵੀ ਆਰਟਿਸਟ ਨੇ ਜਿਹੜੇ ਹਰਿਆਣੇ ਤੋਂ ਬਿਲੋਂਗ ਕਰਦੇ ਨੇ। ਅਸੀਂ ਕਹਿਣਾ ਚਾਹੁੰਦੇ ਹਾਂ ਜਿੱਦਣ ਦੀ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਸਾਰੇ ਇਕੱਠੇ ਆ। ਜਸ ਬਾਈ ਨੇ ਸ਼ੁਰੂ ਕੀਤਾ ਸੀ, ਇਹਨਾਂ ਨੂੰ ਦੇਖ ਕੇ ਬਹੁਤ ਮੋਟੀਵੇਸ਼ਨ ਆਇਆ। ਸਿੱਪੀ ਬਾਈ ਨਾਲ ਨੇ, ਹੋਰ ਸਾਰੇ ਕਲਾਕਾਰ, ਅਸੀਂ ਸਾਰੇ ਇੱਕ ਆ। ਅਸੀਂ ਕਹਿੰਦੇ ਹਾਂ ਸਾਨੂੰ ਹਰਿਆਣੇ ਜਾਣ ਦੀ ਲੋੜ ਹੀ ਨਹੀਂ ਕਿਉਂਕਿ ਹਰਿਆਣੇ ਪੰਜਾਬ 'ਚ ਕੋਈ ਫਰਕ ਨਹੀਂਗਾ। ਅਸੀਂ ਜੇ ਪੰਜਾਬ 'ਚ ਬੈਠੇ ਆ, ਅੱਜ ਤੋਂ ਬਾਅਦ ਸਾਨੂੰ ਕਿਤੇ ਵੀ ਬੁਲਾਉਣਗੇ, ਜਿਹੜੀ ਵੀ ਕਿਸਾਨ ਜਥੇਬੰਦੀਆਂ ਸਾਨੂੰ ਕਿਤੇ ਵੀ ਬੁਲਾਉਂਦੀਆਂ, ਅਸੀਂ ਚਾਹੇ ਰਾਤ ਦੇ 2 ਵਜੇ ਹੋਣ, ਅਸੀਂ ਨੰਗੇ ਪੈਰੀ ਤੁਰਨ ਨੂੰ ਤਿਆਰ ਆ। ਸੋ ਇਸੇ ਮੁਹਿੰਮ ਦੇ ਨਾਲ ਅਸੀਂ ਹਰਿਆਣੇ ਵਾਲੇ ਸਾਡੇ ਖਹਿਰਾ ਸਾਹਿਬ ਵੀ ਆਏ ਹੋਏ ਨੇ, ਜਸ ਬਾਈ ਵੀ ਆ। ਸੋ ਅਸੀਂ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਇੱਕ ਗੱਲ ਮੈਂ ਹੋਰ ਕਲੀਅਰ ਇੱਥੇ ਕਰ ਦੇਣੀ ਚਾਹੁੰਦਾ ਜੀ, ਜਿਹੜੀ ਸਪਸ਼ਟ ਤੌਰ ਤੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਸਾਡੇ ਸਾਰੇ ਕਲਾਕਾਰ ਭਾਈਚਾਰਾ ਜੇ ਕੋਈ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣ ਨੂੰ ਫਿਰਦਾ ਹੈ ਅੱਜ ਕਿ ਅੱਜ ਲਹਿਰ ਚੋਂ ਇਹ ਦਿਖਾਂਤ ਹੈ ਪੰਜਾਬ ਦਾ ਕਿ ਅਸੀਂ ਆਪਣੇ ਖੇਤਾਂ ਦੀ ਲੜਾਈ ਲੜਦੇ ਫਿਰਦੇ ਆ, ਸਾਡੇ ਬਜ਼ੁਰਗ ਲੜਦੇ ਫਿਰਦੇ ਆ, ਕਿ ਸਾਡੇ ਜਿੱਥੇ ਯੂਥ ਆ ਰਿਹਾ, ਤੁਸੀਂ ਬਹੁਤ ਸਪੀਚਾਂ ਵੀ ਦਿੰਦੇ ਹੋ ਕਿ ਸਾਡੇ ਮੋਢੇ ਤੇ ਰੱਖ ਕੇ ਜੇ ਕੋਈ ਬੰਦਾ ਸੋਚ ਰਿਹਾ ਕਿ ਮੈਂ ਇੱਕ ਧਿਰ ਖੜੀ ਕਰ ਲੂੰਗਾ, ਮੈਂ ਇਹਦੇ ਚੋਂ ਪਾਰਟੀ ਕੱਢ ਲੂੰਗਾ, ਰਾਜਨੀਤੀ ਕਰ ਲੂੰਗਾ, ਅਸੀਂ ਉਸ ਬੰਦੇ ਦਾ ਪ੍ਰੋਪਰ ਤੌਰ ਤੇ ਬਾਈਕਾਟ ਕਰਾਂਗੇ ਜੀ। ਸਾਡੇ ਮੰਚ ਤੇ ਪੋਲੀਟੀਕਲ ਪਾਰਟੀ ਕਿਸੇ ਵੀ ਰਾਜਨੀਤਿਕ ਨਾ ਤਾਂ ਅਸੀਂ ਆਗੂ ਨੂੰ ਆਉਣ ਦੇਵਾਂਗੇ ਤੇ ਨਾ ਉਹਨੂੰ ਗੱਲ ਕਰਨ ਦੇਵਾਂਗੇ। ਹਾਂ ਰਾਜਨੀਤੀਆਂ ਕਰੋ, 2022 ਆ ਜਾਣਾ, ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ, ਆਪ ਦਾ ਕੱਟਾ ਕੱਟੀ ਉਦੋਂ ਕੱਢ ਲਿਓ, ਸਾਨੂੰ ਕੋਈ ਇਸ ਟੌਪਿਕ ਤੇ ਨਹੀਂ। ਇਹ ਕੋਈ ਛੋਟਾ ਮੁੱਦਾ ਨਹੀਂ ਕਿਉਂਕਿ ਬਾਈ ਹੁਣੀ ਮੇਰੀ ਨਿਗਾਹ ਹੁਣ ਪਈ ਆ, ਸਾਡੇ ਸੀਨੀਅਰ ਨੇ। ਮੈਂ ਆਪਦੇ ਮੈਂ ਜਦੋਂ ਦਾ ਸਿੰਗਿੰਗ ਫੀਲਡ 'ਚ ਆਇਆ, ਮੈਨੂੰ ਲੱਗਦਾ ਸਾਡੀ ਕਦੇ ਮੁਲਾਕਾਤ ਨਹੀਂ ਹੋਈ। ਅੱਜ ਇਹ ਚੀਜ਼ ਬੜੀ ਵਧੀਆ ਲੱਗ ਰਹੀ ਆ ਵੀ ਅਸੀਂ ਜੂਨੀਅਰ ਆ, ਬਾਈ ਹੁਣੀ ਸੀਨੀਅਰ ਆ। ਸਾਰੇ ਜਿੰਨੇ ਵੀ ਸਿੰਗਰ ਆ, ਜਿੰਨੇ ਵੀ ਅਸੀਂ ਆਪਦੀ ਫਸਲਾਂ ਲਈ, ਆਪਦੀ ਖੇਤੀ ਲਈ ਡਟ ਕੇ ਖੜੇ ਆ। ਸੋ ਸਾਨੂੰ ਜਿਹੜੇ ਸਾਨੂੰ ਕੈਮਰਿਆਂ ਰਾਹੀਂ ਦੇਖ ਰਹੇ ਆ, ਸਾਡੇ ਲਿਸਨਰ, ਉਹਨਾਂ ਦੀ ਸਪੋਰਟ ਚਾਹੀਦੀ ਆ ਤੇ ਸਾਡੇ ਮੀਡੀਆ ਵਾਲੇ ਵੀ ਮਾਈਕ ਫੜੇ ਉਦੋਂ ਦੇ ਥੱਕ ਗਏ ਆ ਤੇ ਤੁਹਾਡੀ ਬਾਹਲੀ ਸਪੋਰਟ ਚਾਹੀਦੀ ਆ। ਥੈਂਕ ਯੂ ਜੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਥੈਂਕ ਯੂ ਜੀ।